A very good afternoon, dear students. So, for today, we are going to start our third poem, and the name of the poem is My Native Land, which has been written by Sir Walter Scott. Now, before going deep into the poem, we are going to read the introduction of the poem so that we can have an idea that what the poem is all about and which different things are discussed in this poem. So now we will read its introduction and we are going to start it. Alright beta, now this poem is full of the spirit of patriotism. ਜਿਹੜੀ ਕਹਿੰਦੇ ਇਹ ਕਵਿਤਾ ਗੀ ਇਹ ਪੈਟਰੀਓਟਿਜ਼ਮ ਹੁੰਦਾ ਵਾ ਰਾਜੇ ਦੇਸ਼ ਭਗਤੀ ਦੇ ਨਾਲ ਭਰੀ ਹੋਈ ਹੈ. The poet thinks that the love of one's country should be the first quality in man. ਕਵੀ ਕੀ ਸੋਚਦਾ ਵਾ ਕਿ ਕਿਸੇ ਵੀ ਵਿਅਕਤੀ ਦੇ ਵਿੱਚ ਆਪਦੇ ਦੇਸ਼ ਦੀ ਤਰਫ ਜਿਹੜਾ ਪਿਆਰ ਆ ਉਹ ਕੀ ਆ ਹੋਣਾ ਚਾਹੀਦਾ. ਇਹ ਕੀ ਹੈ ਵਿਅਕਤੀ ਦੀ ਪਹਿਲੀ ਕੁਆਲਿਟੀ ਹੈ, ਵਿਅਕਤੀ ਦਾ ਪਹਿਲਾ ਗੁਣ. ਹਾਂਜੀ, ਵਿਦਾਊਟ ਦਿਸ ਕੁਆਲਿਟੀ ਇਹ ਕੁਆਲਿਟੀ ਤੋਂ ਬਿਨਾ ਆਲ ਅਦਰ ਅਚੀਵਮੈਂਟਸ ਆਰ ਯੂਸਲੈਸ. ਬਾਕੀਆਂ ਜੋ ਵੀ ਅਚੀਵਮੈਂਟਸ ਉਸਨੇ ਕੀਤੀਆਂ ਹਨ ਉਹ ਸਾਰੀਆਂ ਯੂਸਲੈਸ ਹਨ, ਵਿਅਰਥ ਹਨ. A man who has no love for his country, ਕਹਿੰਦੇ ਜਿਹੜਾ ਵਿਅਕਤੀ ਦੇ ਦਿਲ ਵਿੱਚ ਆਪਦੀ ਕੰਟਰੀ ਦੇ ਲਈ ਦੇਸ਼ ਦੇ ਲਈ ਪਿਆਰ ਨਹੀਂ ਹੈ is as good as dead. ਉਹਦਾ ਤਾਂ ਮਰ ਜਾਣਾ ਹੀ ਵਧੀਆ ਹੈ. He is a worthless ਹੁੰਦਾ ਵਾ ਰਾਜੇ ਆਪਾਂ ਕਹਿ ਦਿੰਦੇ ਆ miserable, worthless creature. ਉਹ ਕੀ ਹੈ ਇੱਕ ਤਰੀਕੇ ਦਾ ਘਟੀਆ ਜੀਵ ਹੈ. He fails to win any name or fame. ਇਸ ਤਰ੍ਹਾਂ ਦਾ ਵਿਅਕਤੀ ਕਦੇ ਵੀ ਨਾ ਤਾਂ ਕੋਈ ਨਾਮ ਖੱਟ ਸਕਦਾ ਹੈ ਅਤੇ ਨਾ ਹੀ ਕੀ ਆ ਕਿਸੇ ਤਰੀਕੇ ਦੀ ਦੌਲਤ ਜਾਂ ਫਿਰ ਕੋਈ ਪ੍ਰਸਿੱਧੀ. No one remembers him after his death. ਉਹਦੀ ਡੈਥ ਤੋਂ ਬਾਅਦ ਉਹਨੂੰ ਕੋਈ ਯਾਦ ਨਹੀਂ ਰੱਖਦਾ. He dies unwept, unhonored and unsung. ਇਸ ਤਰ੍ਹਾਂ ਉਸਦੀ ਮੌਤ ਤੋਂ ਬਾਅਦ ਕੋਈ ਰੋਂਦਾ ਵੀ ਨਹੀਂ, ਨਾ ਹੀ ਉਹਦੇ ਸਨਮਾਨ ਵਿੱਚ ਕੁਝ ਕਿਹਾ ਜਾਂਦਾ ਹੈ ਐਂਡ ਅਨਸੰਗ, ਅਤੇ ਨਾ ਹੀ ਕੀ ਆ ਰਾਜੇ ਕਹਿੰਦੇ ਉਹਦੀ ਮੌਤ ਤੋਂ ਬਾਅਦ ਕੋਈ ਕਵਿਤਾ ਜਾਂ ਕੋਈ ਗਾਣਾ ਗਾਇਆ ਜਾਂਦਾ ਹੈ. So this was the brief introduction of the poem. Now I hope many of you have understood that what the poem is all about. So now we are going to start it stanza wise. Okay, look at the screen. Okay, so we are going to start with the very first stanza. Breathes there the man with soul so dead, who never to himself has said, this is my own, my native land. ਹਾਂਜੀ ਰਾਜੇ, breathes ਦਾ ਮਤਲਬ ਕੀ ਹੈ lives, breathes there ਮਤਲਬ ਇੱਥੇ. ਕਹਿੰਦੇ ਕੀ ਇੱਥੇ ਕੋਈ ਇੱਦਾਂ ਦਾ ਵਿਅਕਤੀ ਰਹਿੰਦਾ ਹੈ with soul so dead, ਜਿਸ ਦੀ ਆਤਮਾ ਮਰ ਚੁੱਕੀ ਹੋਵੇ. who never to himself has said, ਕਹਿੰਦੇ ਵੀ ਕੀ ਕੋਈ ਵਿਅਕਤੀ ਇੱਦਾਂ ਦਾ ਹਲੇ ਵੀ ਹੈ ਜਿਹਦੀ ਆਤਮਾ ਮਰ ਚੁੱਕੀ ਹੋਵੇ, ਜਿਹਨੇ ਹਜੇ ਤੱਕ ਆਪਣੇ ਆਪ ਨੂੰ ਇਹ ਨਾ ਕਿਹਾ ਹੋਵੇ ਕਿ this is my own, my native land, ਕਿ ਇਹ ਮੇਰਾ ਆਪਦਾ ਨੇਟਿਵ ਲੈਂਡ ਹੈ, ਇਹ ਮੇਰੀ ਆਪਦੀ ਜਨਮ ਭੂਮੀ ਹੈ. ਨੈਕਸਟ ਕਰਦੇ ਹਾਂ ਬੱਚੇ ਆਪਾਂ ਇਹਦੀ ਹੁਣ ਸੈਕਿੰਡ ਆਪਾਂ ਕਰਦੇ ਹਾਂ ਇਹਦਾ ਸਟੈਂਚਾ. ਹਾਂਜੀ, whose heart has never within him burned ਹੁੰਦਾ ਵਾ ਰਾਜੇ felt excited, as home his footsteps he has turned, from wandering on a foreign strand means country, if such there breathe matlab lives, go mark him well, for him no minstrels ਹੁੰਦਾ ਰਾਜੇ ਦੇਖੋ singer ਜਾਂ ਫਿਰ poet, rapture swell ਹੁੰਦੇ ਆ ਰਾਜੇ songs of praise. ਹਾਂਜੀ, ਹੁਣ ਆਪਾਂ ਸੈਕਿੰਡ ਸਟੈਂਜਾ ਦੀ ਐਕਸਪਲੇਨੇਸ਼ਨ ਕਰਦੇ ਹਾਂ. whose heart has never within him burned, ਕਹਿੰਦੇ ਕੀ ਕੋਈ ਵਿਅਕਤੀ ਇੱਦਾਂ ਦਾ ਹਲੇ ਜਿੰਦਾ ਹੈ ਕਿ ਜਿਹੜਾ ਕਿਸੇ ਵੰਡਰਿੰਗ ਹੁੰਦਾ ਘੁੰਮ ਕੇ ਆਉਣਾ, ਕਿਸੇ ਫੋਰਨ ਕੰਟਰੀ ਦੇ ਉੱਪਰ ਘੁੰਮ ਕੇ ਆਇਆ ਹੈ. ਐਜ਼ ਹੋਮ ਹਿਜ਼ ਫੁੱਟਸਟੈਪ ਹੀ ਹੈਜ਼ ਟਰਨਡ, ਅਤੇ ਹੁਣ ਉਹਨੇ ਆਪਦੇ ਕਦਮ ਆਪਦੇ ਦੇਸ਼ ਵੱਲ ਵਧਾਏ ਹਨ, ਮਤਲਬ ਉਹ ਵਾਪਸ ਆ ਰਿਹਾ ਵਾ ਉਸ ਕੰਟਰੀ ਤੋਂ. whose heart has never with him burned, ਤੇ ਕੀ ਉਹਦੇ ਦਿਲ ਦੇ ਵਿੱਚ ਹਲੇ ਵੀ ਐਕਸਾਈਟਮੈਂਟ ਨਹੀਂ ਹੈ. ਕਹਿੰਦੇ ਅਗਰ ਕੋਈ ਇੱਦਾਂ ਦਾ ਵਿਅਕਤੀ ਹੈ, ਇਫ ਸੱਚ ਦੇਅਰ ਬਰੀਥ, ਜੇਕਰ ਕੋਈ ਇੱਦਾਂ ਦਾ ਵਿਅਕਤੀ ਜਿਉਂਦਾ ਹੈ ਜਿਹੜਾ ਕਿ ਕਿਸੇ ਫੋਰਨ ਕੰਟਰੀ ਘੁੰਮ ਕੇ ਆਇਆ ਹੈ ਅਤੇ ਹੁਣ ਜਦੋਂ ਉਹ ਆਪਣੇ ਦੇਸ਼ ਵਾਪਸ ਆ ਰਿਹਾ ਵਾ ਉਹਦੇ ਦਿਲ ਦੇ ਵਿੱਚ ਥੋੜ੍ਹੀ ਬਹੁਤੀ ਵੀ ਐਕਸਾਈਟਮੈਂਟ ਨਹੀਂ ਹੈ ਆਪਦੇ ਦੇਸ਼ ਦੇ ਲਈ. ਇਫ ਸੱਚ ਦੇਅਰ ਬਰੀਥ, ਅਗਰ ਇੱਦਾਂ ਦਾ ਕੋਈ ਵਿਅਕਤੀ ਹਲੇ ਵੀ ਜੀਵਿਤ ਹੈ, ਜਿਉਂਦਾ ਹੈ, ਗੋ ਮਾਰਕ ਹਿਮ ਵੈਲ ਮਤਲਬ ਜਾਓ ਅਤੇ ਉਸਨੂੰ ਮਾਰਕ ਕਰੋ, ਪਛਾਣੋ. ਫॉर ਹਿਮ ਇਸ ਤਰ੍ਹਾਂ ਦੇ ਵਿਅਕਤੀ ਦੇ ਲਈ ਕਹਿੰਦੇ no minstrels rapture swell,
कोई भी जिहड़ा कवि आ ਜਾਂ सिंगर आ ਉਹ इस तरह के व्यक्ति के लिए कोई भी सॉन्ग ऑफ प्रेज नहीं लिखेगा, ना ही कोई कविता लिखेगा, मतलब कि लिखण के लिए कोई कवि प्रेरित भी नहीं होएगा। एक ही सीगा अपना सैकेंड स्टैंजा। हुण आपां करदे हां बच्चे थर्ड वन। हाँ जी, थर्ड वन की आ राजे, हाई दो हिज टाइटल्स। इस व्यक्ति के बारे गल हो रही आ। हाई दो हिज टाइटल्स, टाइटल्स होंगे राजे अचीवमेंट्स, कहते भावें उस व्यक्ति दी अचीवमेंट्स किन्नियां ही मर्जी उच्चियां क्यों ना होण, प्राउड हिज नेम, भावें उस व्यक्ति का जोड़ा नेम आ वो प्राउड वाला होवे, माण वाला होवे, मतलब कि भावें जोड़ा वो कोई व्यक्ति आ वो किसी वड्डी फैमिली नूं बिलोंग करता, वड्डे खानदान नूं बिलोंग करता। बाउंडलैस हिज वैल्थ एज विश कैन क्लेम, बाउंडलैस हुंदा जिहड़ी गिनी नहीं जा सकती, चाहे कहंदे उहदे कोल इन्नी दौलत आ जिन्नी कि कोई इच्छा भी नहीं कर सकता। डिस्पाइट दूस टाइटल्स, वो टाइटल्स तो इलावा, डिस्पाइट हुंदा इलावा, पावर एंड पैल्फ, पैल्फ हुंदी है राजे वैल्थ, कहंदे वो टाइटल पावर शक्ति अते वैल्थ तो इलावा द रिच कंसनट्रेटेड ऑल इन सैल्फ, रिच की हुंदा वा राजे मिजरेबल, कहंदे इस तरह का जिहड़ा जीव आ वो कंसनट्रेटेड हुंदा फोकस करना, जिहड़ा कहंदे इस तरह का जीव आ वो हमेशा अपने आप दे विच ही फोकस करता है, मतलब वो स्वार्थी व्यक्ति हुंदा है, वो आपदे स्वार्थ दे विच ही घुमदा रहिंदा वा। चाहे कहंदे वो व्यक्ति कोल किन्ने मर्जी उच्चे टाइटल होण, उपाधियां होण, चाहे उहदा नाम जिड्डा मर्जी वड्डा होवे, चाहे उहदे कोल जिन्नी मर्जी दौलत होवे, पर फिर भी इस तरह का व्यक्ति की होगा राजे, हमेशा स्वार्थी होगा, वो अपने आप दे विच ही घुमदा रहूगा, वो आपदे स्वार्थ दे विच ही हमेशा कैद रहूगा। नेक्स्ट करते हैं राजे फोर्थ एंड दिस इज द लास्ट स्टैंजा। ओके, लिविंग शैल लिविंग शैल फॉरफेट फेयर रिनाउन, फॉरफेट हुंदा वा राजे लूज, रिनाउन हुंदा फेम, एंड डबली डाइंग शैल गो डाउन टू द वाइल डस्ट, वाइल हुंदी है राजे लो, डस्ट हुंदी है मिट्टी, फ्रॉम वेंस ही स्प्रंग, स्प्रंग हुंदा राजे बॉर्न, वेयर वॉज बॉर्न, BORN इत्थे बॉर्न, अनवेप्ट अनऑनर्ड अनसन। चलो इसकी एक्सप्लेनेशन कर लीए। लिविंग शैल फॉरफेट फेयर रिनाउन, कहते अगर कोई इदां दा व्यक्ति जिउंदा है तां भी वो की आ कोई भी रिनाउन फेम प्रसिद्धि नाम नहीं कमा सकता। एंड डबली डाइंग का मतलब की है राजे, कहते एक तो जोड़े व्यक्ति के दिल के आपदे देश लिए प्यार नहीं है, वो पहला ही आपदे देश लिए खत्म हो चुकिया वा, मर चुकिया वा। एंड डबली डाइंग दूसरी बारी की है हुण जदों वो शरीरक तौर पर मर रहा वा, तां करके इत्थे की यूज़ किया वा इन्हां ने बच्चे, डबली डाइंग शैल गो डाउन टू द वाइल डस्ट, अते जदों हुण वो शरीरक तौर पर मर रहा वा तां की हो रहा वा, कहंदे वो व्यक्ति आपदी मौत तो बाद वाइल हुंदी आ लो घटिया किस्म की जिहड़ी मिट्टी आ उहदे विच ही रल जाएगा। फ्रॉम वेंस ही स्प्रंग, वेंस हुंदा जिथों, जिथों उन्हें जन्म लिया सी, जिस मिट्टी विच उन्हें जन्म लिया सी वो मिट्टी दे विच वापस वो मिल जाएगा। अनवेप्ट अनऑनर्ड एंड अनसंग, अते इस तरह का जिहड़ा व्यक्ति होगा ना तो उहदी मौत तो बाद कोई रोंदा है, अनऑनर्ड ना ही उहदा कोई सन्मान करदा वा, एंड अनसंग अते ना ही उहदी प्रेज दे लई कोई भी गीत जां कोई कविता कही जाती है। सो एक ही सीगी राजे आपां अज कीती अपनी थर्ड पोइम जिहदा नाम है माई नेटिव लैंड, जिहदे विच किहदे बारे गलबात कीती है, सारी दी सारी पोइम पैट्रियोटिज्म दे इर्द गिर्द घुमदी है, पैट्रियोटिज्म दे बारे आ कि जिहड़ा एक व्यक्ति आ उहदे दिल दे विच आपदी कंट्री दे लई प्यार होना बहुत ज़्यादा लाजमी है, अते जिहदे दिल दे विच नहीं होऊगा चाहे उहदे कोल जिन्नियां मर्जी अचीवमेंट्स ने, चाहे उहदा नेम जिन्ना मर्जी वड्डा वा, चाहे उहदे कोल जिन्नी मर्जी पावर आ, वेल्थ आ, शोहरत आ, कहंदे वो किसी काम दी नहीं हैगी। सो किसी व्यक्ति दे लई सब तो जरूरी चीज़ की है बच्चे, उसदा नेटिव लैंड, उसदे जन्म भूमि दे प्रति जिहड़ा उहदा प्यार आ। ओके, सो नाउ व्हाट यू हैव टू डू बेटा, जस्ट read the whole poem once. God bless you beta.